ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। UK ਨੇ ਵੈਕਸੀਨੇਟਿਡ ਯਾਤਰੀਆਂ ਲਈ ਕੋਵਿਡ ਟੈਸਟ ਖਤਮ ਕਰਨ ਦਾ ਕੀਤਾ ਐਲਾਨ। ਪੱਤਰਕਾਰਾਂ ਦੇ ਸਵਾਲ ਤੇ ਗੁੱਸੇ ਵਿੱਚ ਆਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ। ਓਮਿਕਰॉन ਕੋਰੋਨਾ ਮਹਾਮਾਰੀ ਦਾ ਅੰਤ ਨਹੀਂ, ਮੁੜ ਰੂਪ ਬਦਲ ਸਕਦਾ ਹੈ ਕੋਰੋਨਾ। WHO ਮੁਖੀ। ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਬਣਾਉਣ ਵਾਲੇ ਪ੍ਰਸਿੱਧ ਪੰਜਾਬੀ ਗੀਤਕਾਰ ਦੇਵ ਥਰੀਕੇਵਾਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ। ਦੱਖਣੀ ਚੀਨ ਸਾਗਰ ਵਿੱਚ ਕਰੈਸ਼ ਹੋਇਆ ਅਮਰੀਕਾ ਦਾ ਜਹਾਜ਼, ਪਾਇਲਟ ਸੁਰੱਖਿਅਤ, 7 ਜਵਾਨ ਜ਼ਖਮੀ। ਅਮਰੀਕਾ ਦੀ ਹਵਾਲਗੀ ਤੋਂ ਬਚਣ ਲਈ ਅਸਾਂਜੇ ਦੀ ਪਟੀਸ਼ਨ ਤੇ ਫੈਸਲਾ ਸੁਣਾਏਗੀ ਬ੍ਰਿਟਿਸ਼ ਅਦਾਲਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੰਗਲੈਂਡ ਆਉਣ ਵਾਲੇ ਪੂਰੀ ਤਰ੍ਹਾਂ ਵੈਕਸੀਨੇਟਿਡ ਯਾਤਰੀਆਂ ਨੂੰ ਕਿਸੇ ਵੀ ਕੋਵਿਡ ਟੈਸਟ ਤੋਂ ਛੂਟ ਦੇਣ ਦਾ ਐਲਾਨ ਕੀਤਾ ਹੈ। ਜੌਨਸਨ ਨੇ ਕਿਹਾ ਕਿ ਓਮਿਕਰॉन ਦੇ ਕੇਸ ਘਟ ਰਹੇ ਨੇ, ਪਰ ਫਿਰ ਵੀ ਸਾਨੂੰ ਸਾਵਧਾਨ ਰਹਿਣਾ ਪਏਗਾ। ਪਿਛਲੇ ਕਾਫੀ ਸਮੇਂ ਤੋਂ UK ਸਰਕਾਰ ਕੋਲੋਂ ਉਹਨਾਂ ਲੋਕਾਂ ਲਈ ਟੈਸਟਾਂ ਤੋਂ ਛੂਟ ਦੀ ਵਿਆਪਕ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕੋਵਿਡ ਵੈਕਸੀਨ ਦੀਆਂ ਘੱਟੋ-ਘੱਟ 2 ਖੁਰਾਕਾਂ ਲਈਆਂ ਨੇ। ਸਰਕਾਰ ਦੇ ਇਸ ਕਦਮ ਦਾ ਸੈਰ ਸਪਾਟਾ ਉਦਯੋਗ ਵੱਲੋਂ ਸਵਾਗਤ ਕੀਤਾ ਜਾਏਗਾ ਕਿਉਂਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਲਾਕਡਾਊਨ ਉਪਵਾਵਾਂ ਦੁਆਰਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। UK ਸਰਕਾਰ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਭਵਿੱਖ ਵਿੱਚ ਪੂਰੀ ਤਰ੍ਹਾਂ ਟੀਕਾਕਰਨ ਕਰਨ ਦੇ ਯੋਗ ਲਈ ਤੀਜੀ ਬੂਸਟਰ ਖੁਰਾਕ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਏਗਾ। ਮੌਜੂਦਾ ਨਿਯਮਾਂ ਤਹਿਤ ਜਿਹੜੇ ਯਾਤਰੀ ਪੂਰੀ ਤਰ੍ਹਾਂ ਤੋਂ ਵੈਕਸੀਨੇਟਿਡ ਨਹੀਂ ਨੇ ਉਹਨਾਂ ਨੂੰ ਇੱਕ ਪ੍ਰੀ ਡਿਪਾਰਚਰ ਟੈਸਟ ਅਤੇ 2 ਪੋਸਟ ਅਰਾਈਵਲ PCR ਟੈਸਟ ਕਰਵਾਉਣੇ ਪੈਣਗੇ ਤੇ ਉਹਨਾਂ ਨੂੰ 10 ਦਿਨਾਂ ਲਈ ਆਈਸੋਲੇਟ ਹੋ ਕੇ ਰਹਿਣਾ ਪਏਗਾ। ਵੀਰਵਾਰ ਤੋਂ ਇੰਗਲੈਂਡ ਵਿੱਚ ਜੋ ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ ਉਹ ਖਤਮ ਕਰ ਦਿੱਤੀਆਂ ਜਾਣਗੀਆਂ, ਜਿਸ ਦਾ ਮਤਲਬ ਪੂਰੀ ਤਰ੍ਹਾਂ ਵੈਕਸੀਨੇਟਿਡ ਯਾਤਰੀਆਂ ਨੂੰ ਟੈਸਟ ਦੀ ਲੋੜ ਨਹੀਂ ਹੋਏਗੀ। ਗੌਰਤਲਬ ਹੈ ਕਿ ਵੈਕਸੀਨੇਟਿਡ ਯਾਤਰੀਆਂ ਨੂੰ ਇੰਗਲੈਂਡ ਪਹੁੰਚਣ ਦੇ 2 ਦਿਨ ਦੇ ਅੰਦਰ PCR ਟੈਸਟ ਕਰਨ ਦੀ ਲੋੜ ਹੁੰਦੀ ਹੈ। ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਇਲਾਕਿਆਂ ਵਿੱਚ ਯਾਤਰਾ ਦੇ ਇਹ ਨਿਯਮ ਹਨ। UK ਵਿੱਚ ਕੋਰੋਨਾ ਦੇ 74,799 ਐਕਟਿਵ ਕੇਸ ਨੇ ਅਤੇ ਇਸ ਮਹਾਮਾਰੀ ਨਾਲ ਹੁਣ ਤੱਕ 75 ਮੌਤਾਂ ਹੋ ਚੁੱਕੀਆਂ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਮੀਡੀਆ ਨਾਲ ਆਪਣੇ ਸਰਲ ਸੁਭਾਅ ਲਈ ਜਾਣੇ ਜਾਂਦੇ ਨੇ। ਉਹਨਾਂ ਦੇ ਸਮਰਥਕ ਇਸ ਨੂੰ ਟਰੰਪ ਦੇ ਬਿਲਕੁਲ ਉਲਟ ਦੱਸਦੇ ਨੇ, ਜੋ ਅਕਸਰ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਉਲਝਦੇ ਰਹਿੰਦੇ ਸਨ। ਪਰ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਾਈਡਨ ਵੀ ਆਪਣੇ ਤੇ ਕੰਟਰੋਲ ਗਵਾ ਬੈਠੇ। ਉਹਨਾਂ ਨੇ ਫੌਕਸ ਨਿਊਜ਼ ਦੇ ਰਿਪੋਰਟ ਲਈ ਵਾਈਟ ਹਾਊਸ ਦੇ ਫੋਟੋ ਸੈਸ਼ਨ ਦੌਰਾਨ ਮਾਈਕ ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਵਾਰਤਾ ਦੇ ਬਾਅਦ ਜਦੋਂ ਸਾਰੇ ਪੱਤਰਕਾਰ ਹਾਲ ਤੋਂ ਬਾਹਰ ਜਾ ਰਹੇ ਸਨ, ਉਦੋਂ ਫੌਕਸ ਨਿਊਜ਼ ਦੇ ਇੱਕ ਰਿਪੋਰਟਰ ਨੇ ਬਾਈਡਨ ਨੂੰ ਪੁੱਛਿਆ ਕਿ ਮਹਿੰਗਾਈ ਇੱਕ ਰਾਜਨੀਤਿਕ ਜ਼ਿੰਮੇਵਾਰੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਈਡਨ ਇਸ ਗੱਲ ਤੋਂ ਅਣਜਾਣ ਸਨ ਕਿ ਉਹਨਾਂ ਦਾ ਮਾਈਕ ਅਜੇ ਵੀ ਚਾਲੂ ਹੈ। ਉਹਨਾਂ ਨੇ ਰਿਪੋਰਟਰ ਨੂੰ ਤਾਨਾ ਮਾਰਦੇ ਹੋਏ ਜਵਾਬ ਦਿੱਤਾ ਕਿ ਇਹ ਬਹੁਤ ਮਹਾਨ ਸੰਪਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਜੋ ਮਾਈਕ ਤੇ ਸਾਫ਼ ਸੁਣਾਈ ਦਿੱਤੇ। ਉਸ ਸਮੇਂ ਹਾਲ ਵਿੱਚ ਮੌਜੂਦ ਇੱਕ ਰਿਪੋਰਟਰ ਨੇ ਕਿਹਾ ਕਿ ਰੌਲੇ ਰੱਪੇ ਕਾਰਨ ਬਾਈਡਨ ਨੇ ਕੀ ਕਿਹਾ ਉਹ ਸਾਫ਼ ਸੁਣ ਨਹੀਂ ਸਕਿਆ। ਉਸਨੇ ਕਿਹਾ ਕਿ ਜੇ ਤੁਸੀਂ ਇਹ ਜਾਣਨ ਲਈ ਉਤਸੁਕ ਹੋ ਕਿ ਬਾਈਡਨ ਨੇ ਫੌਕਸ ਨਿਊਜ਼ ਪੀਟਰ ਡੂਸੀ ਨੂੰ ਕਿਵੇਂ ਜਵਾਬ ਦਿੱਤਾ ਤਾਂ ਤੁਸੀਂ ਪ੍ਰੈਸ ਕਾਨਫਰੰਸ ਦੀ ਵੀਡੀਓ ਦੇਖ ਸਕਦੇ ਹੋ। ਡੂਸੀ ਨੇ ਬਾਅਦ ਵਿੱਚ ਫੌਕਸ ਦੇ ਇੱਕ ਇੰਟਰਵਿਊ ਦੌਰਾਨ ਆਪਣੇ ਅਪਮਾਨ ਦਾ ਖੁਲਾਸਾ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਨੇ ਵੀ ਇਸ ਘਟਨਾ ਦੀ ਜਾਂਚ ਨਹੀਂ ਕੀਤੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਸੱਚ ਨਹੀਂ ਹੈ। ਬਾਈਡਨ ਤੋਂ ਪਹਿਲਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰੈਸ ਨਾਲ ਮਾੜੇ ਸਲੂਕ ਲਈ ਜਾਣੇ ਜਾਂਦੇ ਸਨ। ਅਗਸਤ 2020 ਵਿੱਚ ਜਦੋਂ ਇੱਕ ਭਾਰਤੀ ਅਮਰੀਕੀ ਪੱਤਰਕਾਰ ਨੇ ਸਿੱਧਾ ਟਰੰਪ ਨੂੰ ਤਿੱਖਾ ਸਵਾਲ ਕੀਤਾ ਤਾਂ ਉਹਨਾਂ ਨੇ ਆਲੇ ਦੁਆਲੇ ਦੇਖਿਆ ਤੇ ਫਿਰ ਇੱਕ ਹੋਰ ਪੱਤਰਕਾਰ ਨੂੰ ਸਵਾਲ ਕਰਨ ਲਈ ਕਿਹਾ। ਦੁਨੀਆ ਦੇ ਸਾਰੇ ਦੇਸ਼ ਇਸ ਸਮੇਂ ਕੋਵਿਡ-19 ਦੇ ਬਹੁਤ ਖਤਰਨਾਕ ਰੂਪ ਓਮਿਕਰॉन ਨਾਲ ਜੂਝ ਰਹੇ ਨੇ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਓਮਿਕਰॉन ਵੇਰੀਐਂਟ ਇਸ ਮਹਾਮਾਰੀ ਦਾ ਅੰਤ ਨਹੀਂ ਹੈ। WHO ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਫਿਰ ਤੋਂ ਆਪਣਾ ਰੂਪ ਬਦਲ ਸਕਦੀ ਹੈ। ਇਸ ਲਈ ਲੋਕਾਂ ਨੂੰ ਇਸ ਮਹਾਮਾਰੀ ਪ੍ਰਤੀ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਟੀਕਾਕਰਨ ਸੰਬੰਧੀ ਪੂਰੀ ਦੁਨੀਆ ਨੂੰ ਹੋਰ ਗੰਭੀਰਤਾ ਨਾਲ ਪਹਿਲ ਕਰਨ ਦੀ ਲੋੜ ਹੈ। ਲੋਕਾਂ ਨੂੰ ਟੀਕਾਕਰਨ ਕਰਵਾਉਣ ਤੇ ਜ਼ੋਰ ਦੇਣ ਦੇ ਨਾਲ-ਨਾਲ ਮਾਸਕ ਪਹਿਨਣ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਦੁਨੀਆ ਭਰ ਵਿੱਚ ਰੋਜ਼ਾਨਾ ਕੋਰੋਨਾ ਦੇ ਲਗਭਗ 23 ਲੱਖ ਮਾਮਲੇ ਸਾਹਮਣੇ ਆ ਰਹੇ ਨੇ। ਇਸ ਦੇ ਨਾਲ ਹੀ ਇਕੱਲੇ ਭਾਰਤ ਵਿੱਚ ਰੋਜ਼ਾਨਾ ਲਗਭਗ
3 ਲੱਖ ਸੰਕਰਮਣ ਦੇ ਮਾਮਲੇ ਸਾਹਮਣੇ ਆ ਰਹੇ ਨੇ। ਰੰਗ ਬਦਲਣ ਵਾਲੇ ਕੋਰੋਨਾ ਨੂੰ ਲੈ ਕੇ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਓਮਿਕਰੌਨ ਵੇਰੀਐਂਟ ਕੋਰੋਨਾ ਦਾ ਅੰਤ ਨਹੀਂ ਹੈ। ਭਵਿੱਖ ਵਿੱਚ ਅਜਿਹੇ ਹੋਰ ਰੂਪ ਸਾਹਮਣੇ ਆ ਸਕਦੇ ਨੇ। WHO ਦੇ ਡਾਇਰੈਕਟਰ ਜਨਰਲ ਟੈਡਰੋਸ ਅਡਾਨੋਮ ਨੇ ਕਿਹਾ ਕਿ ਓਮਿਕਰੌਨ ਤੋਂ ਬਾਅਦ ਵੀ ਕੋਰੋਨਾ ਦੇ ਨਵੇਂ ਰੂਪ ਸਾਹਮਣੇ ਆ ਸਕਦੇ ਨੇ, ਜਾਣੀ ਕਿ ਓਮਿਕਰੌਨ ਕੋਰੋਨਾ ਦਾ ਅੰਤ ਨਹੀਂ ਹੈ। ਪੰਜਾਬੀ ਦੇ ਮਸ਼ਹੂਰ ਗੀਤਕਾਰ ਦੇਵ ਥਰੀਕੇਵਾਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਪੰਜਾਬੀਆਂ ਦੀ ਝੋਲੀ ਵਿੱਚ ਸੈਂਕੜੇ ਗੀਤ ਤੇ ਪੰਜਾਬੀ ਸਾਹਿਤ ਪਾਉਣ ਵਾਲੇ ਦੇਵ ਥਰੀਕੇਵਾਲਾ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਗੀਤਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਦੱਸਿਆ ਜਾ ਰਿਹਾ ਕਿ ਦੇਵ ਥਰੀਕੇਵਾਲਾ ਨੇ 5 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹਨਾਂ ਦੀ ਮੌਤ ਦੀ ਪੁਸ਼ਟੀ ਪੰਜਾਬੀ ਲੇਖਕ ਗੁਰਭਜਨ ਗਿੱਲ ਨੇ ਕੀਤੀ ਹੈ। ਦੱਸ ਦਈਏ ਕਿ ਦੇਵ ਥਰੀਕੇਵਾਲਾ ਨੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਕਾਫੀ ਗੀਤ ਲਿਖ ਕੇ ਦਿੱਤੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ਲੋਕ ਕਥਾਵਾਂ ਤੇ ਕਲੀਆਂ ਲਿਖੀਆਂ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਕੁਲਦੀਪ ਮਾਣਕ ਨੂੰ ਸਿਖਰਾਂ ਤੇ ਪਹੁੰਚਾਉਣ ਪਿੱਛੇ ਦੇਵ ਥਰੀਕੇਵਾਲਾ ਦਾ ਹੱਥ ਦੱਸਿਆ ਸੀ। ਇਹਨਾਂ ਨੇ ਕੁਲਦੀਪ ਮਾਣਕ ਨੂੰ ਕਈ ਅਜਿਹੇ ਗੀਤ ਲਿਖ ਕੇ ਦਿੱਤੇ ਜਿਨ੍ਹਾਂ ਨੇ ਕੁਲਦੀਪ ਮਾਣਕ ਨੂੰ ਘਰ-ਘਰ ਵਿੱਚ ਪਛਾਣ ਦਿਵਾਈ। ਹਰਦੇਵ ਦਿਲਗੀਰ ਉਰਫ ਦੇਵ ਥਰੀਕੇਵਾਲਾ ਦਾ ਪੰਜਾਬੀ ਸਾਹਿਤ ਤੇ ਪੰਜਾਬੀ ਗਾਇਕੀ ਵਿੱਚ ਵੱਡਾ ਨਾਮ ਸੀ। ਉਹਨਾਂ ਨੇ ਸੈਂਕੜੇ ਦੁਗਾਣੇ, ਕਲੀਆਂ ਤੇ ਲੋਕ ਗਾਥਾਵਾਂ ਤੋਂ ਇਲਾਵਾ 4 ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ। ਹਰਦੇਵ ਸਿੰਘ ਦਾ ਜਨਮ 19 ਸਤੰਬਰ 1945 ਨੂੰ ਪਿਤਾ ਰਾਮ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਲੁਧਿਆਣਾ ਸ਼ਹਿਰ ਚ ਘੀਰੇ ਪਿੰਡ ਥਰੀਕੇ ਵਿਖੇ ਰਾਮਗੜੀਆ ਪਰਿਵਾਰ ਵਿੱਚ ਹੋਇਆ ਸੀ। ਦੇਵ ਥਰੀਕੇ ਦੇ ਦੇਹਾਂਤ ਨਾਲ ਜੋ ਘਾਟਾ ਪੰਜਾਬੀ ਸੰਗੀਤ ਜਗਤ ਨੂੰ ਪਿਆ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸੈਂਕੜੇ ਗੀਤ ਅਤੇ ਪੰਜਾਬੀ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਦੀ ਕਲਮ ਹਮੇਸ਼ਾ ਪੰਜਾਬ ਦੇ ਸੱਭਿਆਚਾਰ ਦਾ ਸੁਮੇਲ ਬਣ ਕੇ ਰਹੀ। ਉਹਨਾਂ ਦੀ ਕਲਮ ਤੋਂ ਲਿਖੇ ਗੀਤਾਂ ਨੂੰ ਕਰਮਜੀਤ ਧੁਰੀ, ਹਰਚਰਨ ਗਰੇਵਾਲ, ਸੁਰਿੰਦਰ ਸ਼ਿੰਦਾ, ਗੁਲਸ਼ਨ ਕੋਮਲ ਤੋਂ ਇਲਾਵਾ ਪੰਜਾਬ ਦੇ ਤਕਰੀਬਨ ਹਰ ਵੱਡੇ ਕਲਾਕਾਰ ਨੇ ਆਵਾਜ਼ ਦਿੱਤੀ ਹੈ। ਦੇਵ ਥਰੀਕੇ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ, ਜਿਨ੍ਹਾਂ ਦੀ ਹਮੇਸ਼ਾ ਘਾਟ ਰੜਕਦੀ ਰਹੇਗੀ। ਦੱਖਣੀ ਚੀਨ ਸਾਗਰ ਵਿੱਚ ਅਮਰੀਕਾ ਦਾ ਲੜਾਕੂ ਜਹਾਜ਼ F-35 ਕ੍ਰੈਸ਼ ਹੋ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਪਾਇਲਟ ਦੀ ਜਾਨ ਬਚ ਗਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦ ਲੜਾਕੂ ਜਹਾਜ਼ ਲੈਂਡ ਹੋ ਰਿਹਾ ਸੀ। ਸਮਾਂ ਰਹਿੰਦੇ ਪਾਇਲਟ ਨੇ ਖੁਦ ਨੂੰ ਲੜਾਕੂ ਜਹਾਜ਼ ਤੋਂ ਅਲੱਗ ਹੋ ਕੇ ਆਪਣੀ ਜਾਨ ਬਚਾਈ। US ਨੇਵੀ ਮੁਤਾਬਕ ਮਿਲਟਰੀ ਹੈਲੀਕਾਪਟਰ ਨੇ ਉਸ ਨੂੰ ਸਫਲਤਾ ਨਾਲ ਬਾਹਰ ਕੱਢ ਲਿਆ। ਇਹ ਹਾਦਸਾ ਐਤਵਾਰ ਨੂੰ ਹੋਇਆ ਸੀ। ਨੇਵੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ F-35C ਲਾਈਟਨਿੰਗ 2 ਕਰੀਅਰ 에ਅਰ ਵਿੰਗ 2 ਅਮਰੀਕੀ ਜੰਗੀ ਬੇੜਾ US ਕਾਰਲ ਵਿਨਸਨ ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਦੱਖਣੀ ਚੀਨ ਸਾਗਰ ਵਿੱਚ ਆਪਣੀ ਰੋਜ਼ਾਨਾ ਦੀ ਉਡਾਣ ਤੇ ਸੀ। ਹਾਲਾਂਕਿ ਸਮਾਂ ਰਹਿੰਦੇ ਪਾਇਲਟ ਦੀ ਜਾਨ ਬਚ ਗਈ। ਬਾਅਦ ਵਿੱਚ ਪਾਇਲਟ ਨੂੰ ਮਿਲਟਰੀ ਹੈਲੀਕਾਪਟਰ ਰਾਹੀਂ ਬਚਾ ਲਿਆ ਗਿਆ। ਨੇਵੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪਾਇਲਟ ਦੀ ਹਾਲਾਤ ਫਿਲਹਾਲ ਪੂਰੀ ਤਰ੍ਹਾਂ ਸਥਿਰ ਨੇ। ਇਹ ਹਾਦਸੇ ਵਿੱਚ ਜਲ ਸੈਨਾ ਦੇ 7 ਜਵਾਨ ਜੋ ਉਸ ਸਮੇਂ US ਕਾਰਲ ਵਿਨਸਨ ਦੇ ਡੈਕ ਤੇ ਮੌਜੂਦ ਸੀ, ਜ਼ਖਮੀ ਹੋ ਗਏ ਨੇ। ਇਹਨਾਂ ਵਿੱਚੋਂ 3 ਜਵਾਨਾਂ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਮੈਡੀਕਲ ਟ੍ਰੀਟਮੈਂਟ ਫੈਸਿਲਿਟੀ ਸੈਂਟਰ ਵਿੱਚ ਇਲਾਜ ਲਈ ਭੇਜਿਆ ਗਿਆ ਹੈ, ਜਦਕਿ 4 ਹੋਰ ਜਵਾਨਾਂ ਦਾ ਇਲਾਜ USS ਕਾਰਲ ਵਿਨਸਨ ਤੇ ਕੀਤਾ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਦੱਖਣੀ ਚੀਨ ਸਾਗਰ ਵਿੱਚ ਚੀਨ ਨਾਲ ਤਣਾਅ ਦੇ ਚੱਲਦਿਆਂ ਅਮਰੀਕਾ ਨੇ ਆਪਣੇ ਕਰੀਬ 2 ਜੰਗੀ ਬੇੜੇ ਇੱਥੇ ਤੈਨਾਤ ਕੀਤੇ ਹੋਏ ਨੇ। ਇਸ ਕਾਰਨ ਚੀਨ ਹਰ ਸਮੇਂ ਅਮਰੀਕਾ ਤੋਂ ਖਿਝਿਆ ਹੋਇਆ ਰਹਿੰਦਾ ਹੈ। ਚੀਨ ਇਸ ਪੂਰੇ ਖੇਤਰ ਤੇ ਆਪਣਾ ਦਾਅਵਾ ਕਰਦਾ ਆਇਆ ਹੈ। ਇਸ ਖੇਤਰ ਦੇ ਦੂਜੇ ਦੇਸ਼ ਵੀ ਆਪਣਾ ਦਾਅਵਾ ਕਰਦੇ ਨੇ। ਬ੍ਰਿਟੇਨ ਦੀ ਹਾਈ ਕੋਰਟ ਸੋਮਵਾਰ ਨੂੰ ਇਹ ਫੈਸਲਾ ਕਰੇਗੀ ਕਿ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਅਮਰੀਕਾ ਦੀ ਹਵਾਲਗੀ ਖਿਲਾਫ ਆਪਣੀ ਲੜਾਈ ਬ੍ਰਿਟੇਨ ਦੀ ਸੁਪਰੀਮ ਕੋਰਟ ਵਿੱਚ ਲਿਜਾ ਸਕਦੇ ਹਨ। ਇਹ ਫੈਸਲਾ ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਵਿਕੀਲੀਕਸ ਦੁਆਰਾ ਗੁਪਤ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਨੂੰ ਲੈ ਕੇ ਜਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਮਰੀਕਾ ਹਵਾਲੇ ਕੀਤੇ ਜਾਣ ਤੋਂ ਬਚਣ ਲਈ ਅਸਾਂਜੇ ਦੀ ਲੰਬੀ ਲੜਾਈ ਵਿੱਚ ਤਾਜ਼ਾ ਕਦਮ ਹੋਏਗਾ। ਠੀਕ 1 ਸਾਲ ਪਹਿਲਾਂ ਲੰਡਨ ਦੀ ਇੱਕ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਇਸ ਆਧਾਰ ਤੇ ਅਮਰੀਕਾ ਦੀ ਹਵਾਲਗੀ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ ਸੀ ਕਿ ਜੇਕਰ ਅਸਾਂਜੇ ਨੂੰ ਅਮਰੀਕਾ ਦੀ ਜੇਲ੍ਹ ਦੀਆਂ ਗੰਭੀਰ ਸਥਿਤੀਆਂ ਵਿੱਚ ਰੱਖਿਆ ਗਿਆ ਤਾਂ ਉਹ ਆਪਣੇ ਆਪ ਨੂੰ ਮਾਰ ਸਕਦਾ ਹੈ। US ਅਧਿਕਾਰੀਆਂ ਨੇ ਬਾਅਦ ਵਿੱਚ ਭਰੋਸਾ ਦਿਵਾਇਆ ਕਿ ਵਿਕੀਲੀਕਸ ਦੇ ਸੰਸਥਾਪਕ ਨੂੰ ਸਖਤ ਪਾਬੰਦੀਆਂ ਵਾਲੀਆਂ ਸਥਿਤੀਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ, ਜੋ ਉਸ ਦੇ ਵਕੀਲਾਂ ਮੁਤਾਬਕ ਉਸ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਖਤਰੇ ਵਿੱਚ ਪਾਏਗਾ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਬੀਤੇ ਦਿਨ ਵਾਪਰੀ ਗੋਲਾਬਾਰੀ ਦੀ ਘਟਨਾ, ਜਿਸ ਵਿੱਚ ਇੱਕ ਪੁਲਿਸ ਅਫਸਰ ਮਾਰਿਆ ਗਿਆ ਸੀ ਤੇ ਇੱਕ ਅਜੇ ਵੀ ਗੰਭੀਰ ਹਾਲਾਤ ਵਿੱਚ ਹੈ, ਸਮੇਤ ਵਾਪਰੀਆਂ ਗੋਲਾਬਾਰੀ ਦੀਆਂ ਹੋਰ ਕਈ ਅਹਿਮ ਘਟਨਾਵਾਂ ਉਪਰੰਤ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਾਦੇ ਕੱਪੜਿਆਂ ਵਾਲੀ ਪੁਲਿਸ ਇਕਾਈ ਮੁੜ ਕਾਇਮ ਕਰਨ ਦਾ
ਐਲਾਨ ਕੀਤਾ ਹੈ। ਐਮਜ਼ ਨੇ ਕਿਹਾ ਕਿ ਸ਼ਹਿਰ ਵਿੱਚ ਫੌਰਨ ਸੋਧਿਆ ਹੋਇਆ ਸਾਦੇ ਕੱਪੜਿਆਂ ਵਾਲਾ ਐਂਟੀ ਗਨ ਯੂਨਿਟ ਕਾਇਮ ਕੀਤਾ ਜਾਏਗਾ। ਹਾਲਾਂਕਿ ਪਹਿਲਾਂ ਸਾਦੇ ਕੱਪੜਿਆਂ ਵਾਲੇ ਪੁਲਿਸ ਯੂਨਿਟ ਨੂੰ ਲੈ ਕੇ ਆਲੋਚਨਾ ਹੋਈ ਸੀ, ਪਰ ਐਮਜ਼ ਨੇ ਕਿਹਾ ਕਿ ਉਹਨਾਂ ਨੇ ਸਾਦੇ ਕੱਪੜਿਆਂ ਵਾਲੇ ਪੁਲਿਸ ਦਸਤੇ ਦੀ ਕਾਇਮੀ ਨੂੰ ਲੈ ਕੇ ਉਚਿਤ ਵਿਸ਼ਲੇਸ਼ਣ ਕੀਤਾ ਹੈ ਅਤੇ ਹੁਣ ਅਸੀਂ ਇਸ ਨੂੰ ਤਾਇਨਾਤ ਕਰਨ ਜਾ ਰਹੇ ਹਾਂ। ਹਾਲਾਂਕਿ ਮੇਅਰ ਨੇ ਸਾਦੇ ਕੱਪੜਿਆਂ ਵਾਲੇ ਪੁਲਿਸ ਯੂਨਿਟ ਵੇਰਵੇ ਨਹੀਂ ਦੱਸੇ ਕਿ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਉਸ ਦੀ ਕਿਵੇਂ ਵਰਤੋਂ ਕੀਤੀ ਜਾਵੇ, ਪਰ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਯੋਜਨਾ ਦਾ ਖੁਲਾਸਾ ਇਸ ਹਫ਼ਤੇ ਕਰ ਦਿੱਤਾ ਜਾਏਗਾ। ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ ਵਿੱਚ ਭਾਰਤੀ ਮੂਲ ਦੇ ਸ਼ਾਨਦਾਰ ਨਵੇਂ ਮੈਂਬਰ ਸੁਮਿਤ ਸੁਲਨ ਦੇ ਇੱਕ ਅਪਰਾਧੀ ਤੇ ਗੋਲੀ ਚਲਾ ਕੇ ਉਸ ਨੂੰ ਕਾਬੂ ਕਰਨ ਨੂੰ ਲੈ ਕੇ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਸੁਲਨ ਨੇ ਉਸ ਅਪਰਾਧੀ ਨੂੰ ਕਾਬੂ ਕੀਤਾ ਜਿਸ ਨੇ ਨਿਊਯਾਰਕ ਸ਼ਹਿਰ ਦੇ ਕੋਲ ਘਰੇਲੂ ਹਿੰਸਾ ਦੀ ਜਾਂਚ ਕਰਨ ਗਈ ਪੁਲਿਸ ਟੀਮ ਤੇ ਗੋਲਾਬਾਰੀ ਕਰਕੇ ਇੱਕ ਪੁਲਿਸ ਕਰਮੀ ਦੀ ਹੱਤਿਆ ਕਰ ਦਿੱਤੀ ਅਤੇ ਇੱਕ ਹੋਰ ਨੂੰ ਗੰਭੀਰ ਤੌਰ ਤੇ ਜ਼ਖਮੀ ਕਰ ਦਿੱਤਾ। ਸੁਲਨ ਦੀ ਮਾਂ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਉਹਨਾਂ ਦਾ ਬੇਟਾ ਹੁਣ ਵੀ ਸ਼ੁੱਕਰਵਾਰ ਨੂੰ ਹੋਈ ਮੁੱਠਭੇੜ ਦੇ ਮੰਜ਼ਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ। ਉਸਦੇ ਦਿਮਾਗ ਵਿੱਚ ਹੁਣ ਵੀ ਉਹ ਦ੍ਰਿਸ਼ ਚੱਲ ਰਹੇ ਨੇ। ਪੁਲਿਸ ਮੁਤਾਬਕ 47 ਸਾਲਾ ਅਪਰਾਧੀ ਲਾਸ਼ੌਨ ਮੈਕਨੀਲ ਦੀ ਸ਼ੁੱਕਰਵਾਰ ਨੂੰ 3 ਪੁਲਿਸ ਕਰਮੀਆਂ ਜਿਨ੍ਹਾਂ ਦੇ ਨਾਂ ਸੁਮਿਤ ਸੁਲਨ, ਜੈਸਨ ਅਤੇ ਮੋਰਾ ਹਨ ਦੇ ਨਾਲ ਮੁੱਠਭੇੜ ਉਸ ਸਮੇਂ ਹੋਈ ਜਦੋਂ ਘਰੇਲੂ ਹਿੰਸਾ ਦੇ ਮਾਮਲੇ ਦੀ ਜਾਂਚ ਲਈ ਨਿਊਯਾਰਕ ਸ਼ਹਿਰ ਦੇ ਕੋਲ ਸਥਿਤ ਹਰਲੇਮ ਗਏ ਸੀ। ਉਹਨਾਂ ਨੇ ਦੱਸਿਆ ਸੀ ਮੈਕਨੀਲ ਨੇ ਗੋਲੀ ਚਲਾਈ ਜਿਸ ਵਿੱਚ ਰਵੇਰਾ ਦੀ ਮੌਤ ਹੋ ਗਈ ਅਤੇ ਮੋਰਾ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਸੁਲਨ ਨੇ ਜਵਾਬੀ ਗੋਲੀ ਚਲਾਈ ਅਤੇ ਅਪਰਾਧਿਕ ਮੈਕਨੀਲ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਭਰਤੀ ਕਰਾਇਆ ਹੈ। ਸੁਲਨ ਦੀ ਮਾਂ ਦਲਵੀਰ ਸੁਲਨ ਨੇ ਅਖਬਾਰ ਨੂੰ ਦੱਸਿਆ ਕਿ ਉਹਨਾਂ ਦਾ ਬੇਟਾ ਇਸ ਘਟਨਾ ਨਾਲ ਹਿੱਲ ਗਿਆ ਹੈ ਅਤੇ ਜੋ ਕੁਝ ਹੋਇਆ ਉਹ ਉਸ ਨੂੰ ਸਮਝ ਨਹੀਂ ਪਾ ਰਹੀ। ਰੂਸ ਅਤੇ ਯੂਕਰੇਨ ਦੇ ਵਿਚਾਲੇ ਜੰਗ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ। ਇਸ ਨੂੰ ਦੇਖਦੇ ਹੋਏ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ 8500 ਅਮਰੀਕੀ ਸੈਨਿਕਾਂ ਨੂੰ ਪੂਰਬੀ ਯੂਰਪ ਵਿੱਚ ਤਾਇਨਾਤੀ ਦੇ ਲਈ ਹਾਈ ਅਲਰਟ ਤੇ ਰੱਖਿਆ ਹੈ। ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਇਨ੍ਹਾਂ ਸੈਨਿਕਾਂ ਵਿੱਚ ਕੰਬੈਟ ਟੀਮ, ਸਿਹਤ ਵਰਕਰ, ਇੰਟੈਲੀਜੈਂਸ ਅਤੇ ਸਰਵੇਲਾਂਸ ਟੀਮ ਦੇ ਮੈਂਬਰ ਸ਼ਾਮਲ ਨੇ। ਜੌਨ ਕਿਰਬੀ ਨੇ ਕਿਹਾ ਅਜੇ ਤੱਕ ਇਨ੍ਹਾਂ ਸੈਨਿਕਾਂ ਦੀ ਤੈਨਾਤੀ ਦੇ ਲਈ ਨਾ ਤਾਂ ਕੋਈ ਆਦੇਸ਼ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਮਿਸ਼ਨ ਸੌਂਪਿਆ ਗਿਆ। ਹਾਲਾਂਕਿ ਪੂਰਬੀ ਯੂਰਪ ਵਿੱਚ ਨਾਟੋ ਨੂੰ ਮਜ਼ਬੂਤ ਕਰਨ ਲਈ ਅਮਰੀਕੀ ਸੈਨਿਕਾਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ। ਯੂਰਪ ਵਿੱਚ ਵਧੀਕ ਅਮਰੀਕੀ ਫੋਰਸ ਦੀ ਤੈਨਾਤੀ ਨਾਟੋ ਦੇ ਫੈਸਲੇ ਤੇ ਹੀ ਹੋਏਗੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਤੇ ਹਮਲੇ ਦੀ ਸਥਿਤੀ ਵਿੱਚ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਜੌਨਸਨ ਦਾ ਇਹ ਬਿਆਨ ਰੂਸੀ ਸੈਨਾ ਦੁਆਰਾ ਫਰਵਰੀ ਵਿੱਚ ਆਇਰਲੈਂਡ ਦੇ ਤੱਟ ਤੋਂ 150 ਮੀਲ ਦੂਰ ਸਮੁੰਦਰੀ ਫੌਜ ਅਭਿਆਸ ਕਰਨ ਦੇ ਐਲਾਨ ਤੋਂ ਬਾਅਦ ਆਇਆ ਹੈ। ਰੂਸ ਨੇ ਐਟਲਾਂਟਿਕ ਪ੍ਰਸ਼ਾਂਤ ਭੂ-ਮੱਧ ਸਾਗਰ ਅਤੇ ਉੱਤਰੀ ਸਾਗਰ ਵਿੱਚ ਆਪਣੇ 140 ਵਾਰਸ਼ਿਪ ਦੇ ਨਾਲ ਯੁੱਧ ਅਭਿਆਸ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਗੁਤਰਸ ਨੇ ਯੂਕਰੇਨ ਅਤੇ ਰੂਸ ਵਿੱਚ ਤਣਾਅ ਘੱਟ ਕਰਨ ਲਈ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੋਵੇਂ ਦੇਸ਼ਾਂ ਦੇ ਵਿਚਾਲੇ ਜੰਗ ਦੀ ਜਗ੍ਹਾ ਗੱਲਬਾਤ ਨਾਲ ਮਸਲਿਆਂ ਦਾ ਹੱਲ ਚਾਹੁੰਦਾ ਹੈ। ਕੈਨੇਡਾ 'ਚ ਬਰੈਂਪਟਨ ਦੇ 23 ਸਾਲਾ ਪੰਜਾਬੀ ਨੌਜਵਾਨ ਹਰਜਿੰਦਰ ਪਾਲ ਦਵਾੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਤੇ ਨਸ਼ੀਲਾ ਪਦਾਰਥ ਰੱਖਣ ਤੇ ਪੁਲਿਸ ਅਧਿਕਾਰੀ ਤੇ ਹਮਲਾ ਕਰਨ ਸਣੇ 12 ਦੋਸ਼ ਆਇਦ ਕੀਤੇ ਗਏ। ਓਨਟਾਰੀਓ ਸੂਬੇ ਵਿੱਚ ਪੈਂਦੇ ਕਸਬਾ ਕੌਬਰਗ ਦੀ ਪੁਲਿਸ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਕੌਬਰਗ ਦੇ ਔਰੇਂਜ ਅਤੇ ਸਪਰਿੰਗ ਸਟਰੀਟਸ ਖੇਤਰ ਵਿੱਚ ਟ੍ਰੈਫਿਕ ਕੰਟਰੋਲ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਪਾਰਕਿੰਗ 'ਚ ਖੜੀ ਇੱਕ ਗੱਡੀ 'ਚ ਸਵਾਰ ਵਿਅਕਤੀ ਤੇ ਸ਼ੱਕ ਹੋਇਆ। ਜਦੋਂ ਉਹ ਉਸ ਗੱਡੀ ਦੇ ਨੇੜੇ ਪਹੁੰਚੇ ਤਾਂ ਡਰਾਈਵਰ ਨੇ ਪੁਲਿਸ ਮੁਲਾਜ਼ਮ ਨੂੰ ਤੇ ਉਹਨਾਂ ਦੀ ਕਰੂਜ਼ਰ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਦਾ ਯਤਨ ਕੀਤਾ ਪਰ ਉਹ ਸਫਲ ਨਹੀਂ ਹੋ ਸਕਿਆ। ਪਾਕਿਸਤਾਨ ਦੀ ਸਮੁੰਦਰੀ ਸਰਹੱਦ 'ਚ ਕਥਿਤ ਰੂਪ ਵਿੱਚ ਦਾਖਲ ਹੋਣ ਕਾਰਨ ਗ੍ਰਿਫਤਾਰ ਕੀਤੇ ਗਏ 20 ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਨੇ ਸੋਮਵਾਰ ਨੂੰ ਵਾਘਾ ਬਾਰਡਰ ਰਾਹੀਂ ਭਾਰਤ ਨੂੰ ਸੌਂਪ ਦਿੱਤਾ। ਪਾਕਿਸਤਾਨ ਦੇ ਇੱਕ ਸੀਨੀਅਰ ਕਾਰਗਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਕਰਾਚੀ ਦੀ ਲਾਂਡੀ ਜੇਲ੍ਹ ਵਿੱਚ ਰੱਖੇ ਗਏ ਮਛੇਰਿਆਂ ਨੂੰ ਮਨੁੱਖੀ ਆਧਾਰ ਤੇ ਭਾਰਤ ਦੇ ਗਣਤੰਤਰ ਦਿਵਸ ਤੋਂ ਪਹਿਲਾਂ ਐਤਵਾਰ ਨੂੰ ਰਿਹਾ ਕਰ ਦਿੱਤਾ ਗਿਆ। ਰਿਹਾ ਕੀਤੇ ਗਏ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਜਲ ਖੇਤਰ 'ਚ ਗੈਰ ਕਾਨੂੰਨੀ ਰੂਪ ਨਾਲ ਦਾਖਲ ਕਰਨ ਤੇ ਬਿਨਾਂ ਮਨਜ਼ੂਰੀ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੇ ਸਮਾਜ ਕਲਿਆਣ ਲਈ ਕੰਮ ਕਰਨ ਵਾਲੇ ਸੰਗਠਨ ਈਦੀ ਫਾਊਂਡੇਸ਼ਨ ਨੇ ਸੜਕ ਮਾਰਗ ਰਾਹੀਂ ਲਾਹੌਰ ਤੱਕ ਪਹੁੰਚਾਇਆ। ਪਾਕਿਸਤਾਨ ਦੀ ਜੇਲ੍ਹ 'ਚ 4 ਸਾਲ ਤੱਕ ਰਹੇ ਮਛੇਰੇ ਭਾਵੇਸ਼ ਪੀਕਾ ਨੇ ਕਿਹਾ ਕਿ ਉਹ ਜਿਸ ਬੇੜੀ ਤੇ ਸਵਾਰ ਸੀ ਉਹ ਰਾਤ 'ਚ ਬਹਿ ਕੇ ਪਾਕਿਸਤਾਨ ਜਲ ਖੇਤਰ 'ਚ ਗਈ ਸੀ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਅਸੀਂ ਤੁਹਾਡੀ ਸੀਮਾ ਦਾ ਉਲੰਘਣ ਕੀਤਾ ਹੈ। ਡੌਨ ਅਖਬਾਰ ਮੁਤਾਬਕ ਡਿਪਟੀ ਸੁਪਰਡੈਂਟ ਆਫ ਪੁਲਿਸ ਅਜ਼ੀਮ ਥੀਬੋ ਨੇ ਦੱਸਿਆ ਕਿ ਸਦਭਾਵਨਾ ਵਜੋਂ ਇਨ੍ਹਾਂ 20 ਭਾਰਤੀ ਮਛੇਰਿਆਂ ਦੀ ਰਿਹਾਈ ਤੋਂ ਬਾਅਦ ਹੁਣ ਇਸ ਜੇਲ੍ਹ ਵਿੱਚ 568 ਭਾਰਤੀ ਮਛੇਰੇ ਬੰਦ ਨੇ।
ਜਰਮਨੀ ਦੇ ਹਿਲਡਨਬਰਗ ਸ਼ਹਿਰ ਵਿੱਚ ਬੰਦੂਕਧਾਰੀ ਦੇ ਫਾਇਰਿੰਗ ਕਰਕੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਮੌਕੇ ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਹਮਲਾਵਰ ਮਾਰਿਆ ਕਿਆ। ਪੁਲਿਸ ਨੇ ਲੋਕਾਂ ਨੂੰ ਗੋਲਾਬਾਰੀ ਵਾਲੇ ਇਲਾਕੇ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਜਰਮਨੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਸਰਚਿੰਗ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਇੱਕ ਵੱਡੇ ਬੈਰਲ ਦੀ ਬੰਦੂਕ ਨਾਲ ਹੀਡਲਬਰਗ ਦੇ ਲੈਕਚਰ ਹਾਲ ਵਿੱਚ ਫਾਇਰਿੰਗ ਕੀਤੀ ਸੀ। ਉਸ ਸਮੇਂ ਹਾਲ ਹੀ ਵਿੱਚ ਵੱਡੀ ਗਿਣਤੀ 'ਚ ਲੋਕ ਮੌਜੂਦ ਸੀ। ਪੁਲਿਸ ਨੂੰ ਅਜੇ ਤੱਕ ਹਮਲਾ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ। ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਸੂਬੇ 'ਚ ਦੋ ਗੁੱਟਾਂ ਵਿਚਾਲੇ ਭਿਆਨਕ ਝੜਪ ਹੋ ਗਈ। ਦੱਸਿਆ ਜਾ ਰਿਹਾ ਕਿ ਇਹ ਝੜਪ ਇੱਕ ਨਾਈਟ ਕਲੱਬ ਵਿੱਚ ਹੋਈ। ਇਸ ਦੌਰਾਨ ਨਾਈਟ ਕਲੱਬ ਵਿੱਚ ਵੀ ਅੱਗ ਲੱਗ ਗਈ। ਹਿੰਸਾ ਦੌਰਾਨ ਨਾਈਟ ਕਲੱਬ ਵਿੱਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੱਛਮੀ ਪਾਪੂਆ ਪੁਲਿਸ ਦੇ ਬੁਲਾਰੇ ਐਡਮ ਇਰਵਿੰਡੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਇੱਕ ਸੋਮਵਾਰ ਰਾਤ ਸੋਰੋਂਗ ਸ਼ਹਿਰ ਦੇ ਇੱਕ ਕਲੱਬ ਵਿੱਚ ਲੜਨ ਵਾਲੇ ਸਮੂਹਾਂ ਦਾ ਮੈਂਬਰ ਸੀ। ਉਹਨਾਂ ਨੇ ਕਿਹਾ ਕਿ ਨਾਈਟ ਕਲੱਬ ਨੂੰ ਅੱਗ ਲੱਗਣ ਤੋਂ ਬਾਅਦ 18 ਲਾਸ਼ਾਂ ਮਿਲੀਆਂ। ਉਹਨਾਂ ਨੇ ਕਿਹਾ ਕਿ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਕਿ ਝੜਪ ਕਿਸ ਕਾਰਨ ਹੋਈ। ਇਸ ਦੇ ਨਾਲ ਹੀ ਨਾਈਟ ਕਲੱਬ 'ਚ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ। ਇਰਵਿੰਡੀ ਨੇ ਅੱਗੇ ਕਿਹਾ ਕਿ ਜਾਂਚ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਨੇ ਦੋਨਾਂ ਗੁੱਟਾਂ ਦੇ ਵਿੱਚ ਹੋਈ ਝੜਪ ਨੂੰ ਲੈ ਕੇ ਬੈਠਕ ਕੀਤੀ। ਪੁਲਿਸ ਅਧਿਕਾਰੀਆਂ ਤੇ ਆਰਮੀ ਦੇ ਅਧਿਕਾਰੀਆਂ ਨੇ ਇਲਾਕਿਆਂ ਨੂੰ ਆਪਣੇ ਕਾਬੂ ਵਿੱਚ ਲੈ ਲਿਆ। ਯਮਨ ਦੇ ਹੂਤੀ ਬਾਗੂਆਂ ਨੇ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਵਿੱਚ ਮਿਜ਼ਾਈਲਾਂ ਦਾਗੇ ਜਾਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਵਿਦੇਸ਼ੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ UAE ਛੱਡਣ ਲਈ ਕਿਹਾ। ਸੰਯੁਕਤ ਅਰਬ ਅਮੀਰਾਤ ਅਤੇ US ਬਲਾਂ ਨੇ ਸੋਮਵਾਰ ਸਵੇਰੇ ਹੂਤੀ ਬਾਗੀ ਸਮੂਹ ਦੁਆਰਾ ਦਾਗੀਆਂ ਦੇ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਿਆ ਅਤੇ ਉਹਨਾਂ ਨੂੰ ਨਸ਼ਟ ਕਰ ਦਿੱਤਾ। ਇਹ ਆਬੂ ਧਾਬੀ ਨੂੰ ਨਿਸ਼ਾਨਾ ਬਣਾ ਕੇ ਵਿੱਚ ਦੂਜਾ ਅਜਿਹਾ ਹਮਲਾ ਸੀ। ਸੋਮਵਾਰ ਦੇ ਹਮਲੇ ਤੋਂ ਬਾਅਦ UAE ਦੇ ਲੜਾਕੂ ਜਹਾਜ਼ਾਂ ਨੇ ਉਸ ਲਾਂਚਰ ਨੂੰ ਵੀ ਨਸ਼ਟ ਕਰ ਦਿੱਤਾ ਜਿੱਥੋਂ ਇਹ ਮਿਜ਼ਾਈਲਾਂ ਦਾਗੀਆਂ ਗਈਆਂ। ਇਸ ਮਾਮਲੇ ਨਾਲ ਫਾਰਸ ਦੀ ਖਾੜੀ ਵਿੱਚ ਤਣਾਅ ਵੱਧ ਗਿਆ। ਇਸ ਤਰ੍ਹਾਂ ਦੇ ਹਮਲੇ UAE ਦੇ ਆਲੇ ਦੁਆਲੇ ਹੁੰਦੇ ਰਹਿੰਦੇ ਨੇ ਪਰ ਦੇਸ਼ ਵਿੱਚ ਕਦੇ ਨਹੀਂ ਹੋਏ। ਇਹ ਹਮਲਾ ਯਮਨ ਵਿੱਚ ਸਾਲਾਂ ਦੀ ਲੜਾਈ ਅਤੇ ਵਿਸ਼ਵ ਸ਼ਕਤੀਆਂ ਨਾਲ ਈਰਾਨ ਦੇ ਪਰਮਾਣੂ ਸਮਝੌਤੇ ਦੀ ਅਸਫਲਤਾ ਤੋਂ ਬਾਅਦ ਹੋਇਆ ਹੈ। ਪੰਜਾਬ ਵਿੱਚ ਭਾਜਪਾ ਆਪਣੀਆਂ ਭਾਈਵਾਲ ਪਾਰਟੀਆਂ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਰਲ ਕੇ ਵਿਧਾਨ ਸਭਾ ਚੋਣਾਂ ਲੜੇਗੀ, ਜਿਸ ਲਈ ਸੀਟਾਂ ਤੇ ਸਹਿਮਤੀ ਬਣ ਗਈ ਹੈ। ਭਾਜਪਾ 65, ਪੰਜਾਬ ਲੋਕ ਕਾਂਗਰਸ 37 ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ 15 ਸੀਟਾਂ ਤੇ ਚੋਣ ਲੜੇਗੀ। ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਨੇ 20 ਫਰਵਰੀ ਨੂੰ ਪੰਜਾਬ 'ਚ ਹੋਣ ਵਾਲੀਆਂ ਚੋਣਾਂ ਲਈ ਭਾਈਵਾਲ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਸੁਪਰੀਮੋ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਵੀ ਹਾਜ਼ਰ ਸਨ। ਦੇਸ਼ ਦੀ ਰੱਖਿਆ ਅਤੇ ਖੁਰਾਕ ਸੁਰੱਖਿਆ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਦੱਸਦਿਆਂ ਨੱਡਾ ਨੇ ਕਿਹਾ ਕਿ ਸੂਬੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਡਬਲ ਇੰਜਨ ਵਾਲੀ ਸਰਕਾਰ ਹੋਣ ਤੇ ਪੰਜਾਬ ਨੂੰ ਲਾਹਾ ਮਿਲੇਗਾ। ਇੱਥੇ ਭਾਜਪਾ ਹੈੱਡਕੁਆਰਟਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ, ਰਾਸ਼ਟਰੀ ਸੁਰੱਖਿਆ ਅਤੇ ਸੂਬੇ ਦੀ ਭਲਾਈ ਲਈ ਤਿੰਨੋਂ ਪਾਰਟੀਆਂ ਇਕਜੁੱਟ ਹੋਈਆਂ ਨੇ। ਅਸੀਂ ਚੋਣਾਂ ਪੂਰੀ ਗੰਭੀਰਤਾ ਨਾਲ ਲੜਾਂਗੇ। 2-3 ਸੀਟਾਂ ਇੱਧਰ ਉੱਧਰ ਹੋ ਸਕਦੀਆਂ ਨੇ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ 'ਚ ਮਜ਼ਬੂਤ ਸਰਕਾਰ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਪਠਾਨਕੋਟ ਤੋਂ ਫਾਜ਼ਿਲਕਾ ਤੱਕ 600 ਕਿਲੋਮੀਟਰ ਸਰਹੱਦ ਪਾਕਿਸਤਾਨ ਲੱਗਦੀ ਹੈ ਅਤੇ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ। DC ਚਰਨਦੀਪ ਸਿੰਘ ਨੇ ਸ਼ੁੱਕਰਵਾਰ ਦੁਪਹਿਰ 2 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਲਗਾਈਆਂ ਜਾਣ ਵਾਲੀਆਂ ਵੀਕਐਂਡ ਪਾਬੰਦੀਆਂ ਨੂੰ ਲੈ ਕੇ ਨਵਾਂ ਨਿਰਦੇਸ਼ ਜਾਰੀ ਕੀਤੇ ਨੇ। ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੁਣ ਮਾਤਾ ਵੈਸ਼ਨੋ ਦੇਵੀ ਦੇ ਨਾਲ ਹੀ ਜ਼ਿਲ੍ਹੇ ਦੇ ਦੂਜੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ਼ਿਵਖੌੜੀ ਧਾਮ 'ਚ ਆਉਣ ਵਾਲੇ ਸ਼ਰਧਾਲੂਆਂ ਤੇ ਕਰੋਨਾ ਪਾਬੰਦੀਆਂ ਲਾਗੂ ਨਹੀਂ ਹੋਣਗੀਆਂ। ਕਿਸੇ ਵੀ ਖੇਤਰ ਤੋਂ ਆਉਣ ਵਾਲੇ ਸ਼ਰਧਾਲੂ ਪਾਬੰਦੀਆਂ ਦਰਮਿਆਨ ਆਪਣੀ ਯਾਤਰਾ ਨੂੰ ਜਾਰੀ ਰੱਖ ਸਕਦੇ ਨੇ। ਹਾਲਾਂਕਿ ਉਹਨਾਂ ਲਈ ਕਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਏਗਾ। ਇਸ ਦੇ ਨਾਲ ਹੀ ਪਾਬੰਦੀਆਂ ਦੌਰਾਨ ਜ਼ਿਲ੍ਹੇ 'ਚ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਵੀ ਹੁਣ ਖੋਲ੍ਹਿਆ ਜਾ ਸਕੇਗਾ। ਬੇਸ ਕੈਂਪ, ਕਟੜਾ ਅਤੇ ਰਣਸੂ 'ਚ ਮੌਜੂਦ ਢਾਬੇ, ਟੀ ਸਟਾਲ, ਹੋਟਲਾਂ ਅਤੇ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਨੇ ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਜ਼ਿਲ੍ਹੇ 'ਚ ਨਾਈਟ ਕਰਫਿਊ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।